ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ। ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਕਮਲਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਆਓ ਸਭ ਤੋਂ ਪਹਿਲਾਂ ਇੱਕ ਝਾਤ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਤਰਨਤਾਰਨ 'ਚ 3 ਚਚੇਰੇ ਭੈਣ ਭਰਾਵਾਂ ਦਾ ਦਿਨ ਦਿਹਾੜੇ ਕਤਲ। ਬਿਜਲੀ ਘਰ ਨੂੰ ਲੱਗੀ ਭਿਆਨਕ ਅੱਗ ਕਾਰਨ ਕਰੋੜਾਂ ਦਾ ਨੁਕਸਾਨ। ਪਟਿਆਲਾ 'ਚ ਨਾਜਾਇਜ਼ ਸ਼ਰਾਬ ਫੈਕਟਰੀ ਮਾਮਲੇ ਦਾ ਸਰਗਨਾ ਕਾਬੂ। ਮਜੀਠੀਆ ਨੇ ਵੱਖ-ਵੱਖ ਮੁੱਦਿਆਂ ਤੇ ਕੈਪਟਨ ਸਰਕਾਰ ਨੂੰ ਘੇਰਿਆ ਅਤੇ ਆਦਮਪੁਰ ਤੋਂ ਸਪਾਈਸ ਜੈਟ ਦੀਆਂ ਉਡਾਨਾਂ 25 ਮਈ ਤੋਂ ਸ਼ੁਰੂ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਬਾਕੀ ਦੀਆਂ ਅਹਿਮ ਖਬਰਾਂ ਦਾ ਖੁਲਾਸਾ। ਤਰਨਤਾਰਨ ਦੇ ਪਿੰਡ ਕੋਟ ਦਾਤਾ ਦੇ 3 ਚਚੇਰੇ ਭੈਣ ਭਰਾਵਾਂ ਦੀ ਦਿਨ ਦਿਹਾੜੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀਆਂ ਰਮਨਦੀਪ ਕੌਰ ਪੁੱਤਰੀ ਸੁਖਦੇਵ ਸਿੰਘ ਅਤੇ ਸੋਨੀ ਪੁੱਤਰੀ ਕਸ਼ਮੀਰ ਸਿੰਘ ਪੱਟੀ ਤੋਂ ਵਾਪਸ ਪਰਤ ਰਹੀਆਂ ਸਨ ਕਿ ਰਸਤੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਦੋਵਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ। ਘਟਨਾ ਸਥਾਨ ਤੋਂ ਕਰੀਬ 1 ਕਿਲੋਮੀਟਰ ਦੂਰ ਇਹਨਾਂ ਦੇ ਚਚੇਰੇ ਭਰਾ ਜੋਬਨ ਸਿੰਘ ਦੀ ਖੂਨ ਨਾਲ ਲਥਪਥ ਲਾਸ਼ ਮਿਲੀ, ਜਿਸ ਨੇ ਮਾਮਲੇ ਨੂੰ ਗੁੰਝਲਦਾਰ ਬਣਾ ਦਿੱਤਾ। ਪੁਲਿਸ ਮੌਕੇ ਤੇ ਪਹੁੰਚ ਕੇ ਵੱਖ-ਵੱਖ ਥਿਊਰੀਆਂ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ। ਰਮਨਦੀਪ ਆ ਕੇ ਸੋਨੀ ਉਹਨਾਂ ਦੀ ਡੈਡ ਬੋਡੀ ਮਿਲੀ ਹੈ। ਨਾਲ ਉਹਨਾਂ ਦਾ ਕਜ਼ਨ ਬ੍ਰਦਰ ਹੈ ਜੋਬਨ, ਉਹਦੀ ਡੈਡ ਬੋਡੀ ਮਿਲੀ ਹੈ। ਕੋਟ ਦਾ ਜਿਹੜਾ ਅਜੇ ਇਹਨਾਂ ਦੇ ਘਰ ਵਾਲੇ ਨੇ ਸਾਨੂੰ ਬਿਆਨ ਲਿਖਾਉਣਾ ਹੈ। ਬਿਆਨ ਲਿਖਾਉਣਗੇ ਉਹਦੇ ਮੁਤਾਬਕ ਜਿਹੜੀ ਉਹ ਕਾਰਵਾਈ ਅਮਲ 'ਚ ਲਿਆਂਦੂ। ਫਿਰ ਤੁਹਾਨੂੰ ਡਿਟੇਲ 'ਚ ਦੱਸ ਦਾਂਗੇ। ਸਰ ਸੁਣ ਰਿਹਾ ਕਿ ਇੱਕ ਜਿਹੜਾ ਦੋਸ਼ੀ ਵੀ ਫੜਿਆ ਗਿਆ ਕੋਈ। ਹਾਂ, ਇੱਕ ਲੜਕਾ ਜਿਹੜਾ ਨਿਰਮਲ ਆ, ਉਹ ਬੁਰਜ ਦੇਵਾ ਸਿੰਘ ਦਾ, ਉਹ ਅਸੀਂ ਅਰੈਸਟ ਕਰ ਲਿਆ ਤੁਹਾਡੇ ਕੋਲ। ਅਗਲੀ ਕਾਰਵਾਈ ਸਰ ਕੀ ਕੀਤੀ ਜਾ ਰਹੀ ਹੈ? ਅਜੇ ਇਹਨਾਂ ਨੇ ਸਟੇਟਮੈਂਟ ਅਜੇ ਬਿਆਨ ਲਿਖਣਾ ਆ। ਫਿਲਹਾਲ ਇਹਨਾਂ ਦੇ ਦਿਲ 'ਚ ਕੋਈ ਰੋਸ ਆ, ਕਲੀਅਰ ਹੋ ਜਾਂਦਾ ਆ, ਫਿਰ ਬਿਆਨ ਲਿਖਾਉਂਦੇ ਆ, ਫਿਰ ਉਹ ਜ਼ੀਰਾ ਨੇੜਲੇ ਪਿੰਡ ਮਸਤੇਵਾਲਾ ਵਿਖੇ 440 ਕੇਵੀ ਬਿਜਲੀ ਗ੍ਰਿਡ ਨੂੰ ਅੱਜ ਸਵੇਰੇ ਤੜਕਸਾਰ ਲੱਗੀ ਭਿਆਨਕ ਅੱਗ ਕਾਰਨ ਗ੍ਰਿਡ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਭਿਆਨਕ ਅੱਗ ਕਾਰਨ ਪਿੰਡ ਫਤਿਹਗੜ੍ਹ ਪੰਜਤੂਰ, ਪਿੰਡ ਕਮਾਲਗੜ੍ਹ, ਮਖੂ ਅਤੇ ਕੁਰਾਲੀ ਦੇ ਬਿਜਲੀ ਗ੍ਰਿਡਾਂ ਦੇ ਨਾਲ-ਨਾਲ ਮਖੂ ਏਰੀਏ ਦੇ ਕਈ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅੱਗ ਇੰਨੀ ਭਿਆਨਕ ਸੀ ਕਿ ਇਸ ਤੇ ਕਾਬੂ ਪਾਉਣ ਲਈ 9 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਲੰਬੀ ਮੁਸ਼ੱਕਤ ਮਗਰੋਂ ਅੱਗ ਤੇ ਕਾਬੂ ਪਾਇਆ ਜਾ ਸਕਿਆ। ਇਸ ਮੌਕੇ ਬਿਜਲੀ ਵਿਭਾਗ ਦੇ ਅਧਿਕਾਰੀ ਘਟਨਾ ਸਥਾਨ ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲੈਣ ਉਪਰੰਤ ਦੱਸਿਆ ਕਿ ਇਸ ਅੱਗ ਕਾਰਨ ਬਿਜਲੀ ਵਿਭਾਗ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ ਹੈ ਅਤੇ ਨੁਕਸਾਨੇ ਗਏ ਬਿਜਲੀ ਉਪਕਰਨਾਂ ਨੂੰ ਬਦਲਣ ਅਤੇ ਠੀਕ ਕਰਨ ਵਿੱਚ 1 ਮਹੀਨਾ ਸਮਾਂ ਲੱਗੇਗਾ। ਇਹ ਸਾਡੇ 100 MVA ਦੇ ਟਰਾਂਸਫਾਰਮਰ ਦਾ ਸਵੇਰੇ 4:10 ਤੇ ਧਮਾਕਾ ਹੋਇਆ। ਉਸ ਤੋਂ ਬਾਅਦ ਜਦੋਂ ਬੰਦਿਆਂ ਨੇ ਬਾਹਰ ਆ ਕੇ ਦੇਖਿਆ ਤੇ ਅੱਗ ਲੱਗੀ ਹੋਈ ਸੀ। ਤੇ ਉਸ ਤੋਂ ਬਾਅਦ ਅਸੀਂ ਫਾਇਰ ਟੈਂਡਰਸ ਬੁਲਾਏ। ਪਹਿਲਾਂ ਜੀਰਾ ਤੋਂ, ਫਿਰ ਫਿਰੋਜ਼ਪੁਰ ਤੋਂ SDM ਜੀਰਾ ਨਾਲ ਗੱਲ ਹੋਈ ਤੇ ਫਰੀਦਕੋਟ, ਕੋਟਕਪੂਰਾ, ਬਠਿੰਡਾ, ਜਲੰਧਰ ਸਾਰੇ ਤੋਂ ਫਾਇਰ ਟੈਂਡਰਸ ਆਏ ਤੇ ਅਸੀਂ ਹੁਣ ਤਕਰੀਬਨ 8-8:30 ਵਜੇ ਫਾਇਰ ਤੇ ਕੰਟਰੋਲ ਪਾ ਲਿਆ ਸੀਗਾ ਜੀ। ਤੇ ਇਸ ਦੇ ਨਾਲ ਸਾਡੇ 4 ਬਿਜਲੀ ਘਰ ਪ੍ਰਭਾਵਿਤ ਨੇ। ਕਿਹੜੇ 60 KV, ਇੱਕ ਫਤਿਹਗੜ੍ਹ ਪੰਜਤੂਰ, ਇੱਕ ਮਖੂ ਤੇ ਇੱਕ ਕਮਾਲਗੜ੍ਹ ਹੁਣ ਸਵੇਰੇ ਅਸੀਂ ਚਲਾਤਾ ਸੀ 6 ਵਜੇ ਔਰ ਇੱਕ ਫਤਿਹਗੜ੍ਹ ਪੰਜਤੂਰ ਵੀ ਸਾਡਾ ਚੱਲ ਜਾਣਾ ਤੇ ਬਾਕੀ 2 ਜਿਹੜੇ ਬਿਜਲੀ ਘਰ ਅਸੀਂ ਬੈਕ ਫੀਡਿੰਗ ਨਾਲ ਬਾਕੀ ਬਿਜਲੀ ਘਰਾਂ ਤੋਂ ਲੈ ਕੇ ਤੇ ਅਸੀਂ ਸ਼ਾਮ ਤੱਕ ਕੀ ਕਾਰਨ ਸੀ ਅੱਗ ਲੱਗਣ? ਹਜੇ ਇਨਵੈਸਟੀਗੇਟ ਹੋ ਰਿਹਾ, ਪ੍ਰੋਟੈਕਸ਼ਨ ਟੀਮ ਆਈ ਹੋਈ ਹੈ ਸਾਡੀਆਂ, ਇਨਵੈਸਟੀਗੇਟ ਹੋਏਗਾ ਫਿਰ ਉਸ ਤੋਂ ਬਾਅਦ ਪਤਾ ਲੱਗੇਗਾ। ਇਹ ਕਿੰਨੀ ਦੇਰ? ਕਿਉਂਕਿ ਹਜੇ ਤੱਕ ਸਾਨੂੰ ਪੂਰਾ ਐਕਸਟੈਂਟ ਨਹੀਂ ਪਤਾ ਵੀ ਸਾਡਾ ਕਿੱਥੇ ਤੱਕ ਕੇਬਲਾਂ ਡੈਮੇਜ ਹੋਈਆਂ। ਪਟਿਆਲਾ ਪੁਲਿਸ ਨੇ ਸ਼ੰਭੂ ਇਲਾਕੇ ਵਿੱਚ ਪੈਂਦੇ ਪਿੰਡ ਗੰਡਿਆਂ ਵਿੱਚ ਨਾਜਾਇਜ਼ ਸ਼ਰਾਬ ਫੈਕਟਰੀ ਚਲਾਉਣ ਦੇ ਮਾਮਲੇ ਵਿੱਚ ਮੁੱਖ ਸਰਗਨਾ ਦੀਪੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਦੇਰ ਰਾਤ ਆਪਰੇਸ਼ਨ ਵਿੱਚ ਰਾਜਪੁਰਾ ਤੋਂ ਕਾਬੂ ਕੀਤਾ ਗਿਆ। ਇਸ ਦੀ ਪੁਸ਼ਟੀ ਕਰਦੇ ਹੋਏ SSP ਪਟਿਆਲਾ ਮਨਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਇੱਕ ਆਪਰੇਸ਼ਨ ਦੌਰਾਨ ਦੀਪੇਸ਼ ਨੂੰ ਰਾਜਪੁਰਾ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਦੀਪੇਸ਼ ਨੂੰ ਮੁੱਖ ਸਰਗਨਾ ਦੱਸਿਆ ਜਾ ਰਿਹਾ ਹੈ। ਪੁਲਿਸ ਪਿਛਲੇ ਕਈ ਦਿਨਾਂ ਤੋਂ ਨਕਲੀ ਸ਼ਰਾਬ ਦੇ ਮਾਮਲੇ 'ਚ ਦੋਸ਼ੀਆਂ ਦੀ ਭਾਲ ਵਿੱਚ ਸੀ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਪਟਿਆਲਾ ਪੁਲਿਸ ਨੇ ਰਾਜਪੁਰਾ GT ਰੋਡ ਤੇ ਇੱਕ ਬੰਦ ਪਏ ਸ਼ਹਿਰ 'ਚ ਨਕਲੀ ਸ਼ਰਾਬ ਬਣਾ ਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਇਸ ਮਾਮਲੇ 'ਚ ਕੁੱਲ 6 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ ਸਰਕਾਰ 'ਚ ਘੁਟਾਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸ਼ਰਾਬ ਦੇ 5600 ਕਰੋੜ ਘੁਟਾਲੇ ਦਾ ਖੁਲਾਸਾ ਹੋਇਆ, ਫਿਰ ਰੇਤ ਤੇ ਹੁਣ PPE ਘੁਟਾਲਾ ਸਾਹਮਣੇ ਆਇਆ। ਕੋਵਿਡ ਸੰਕਟ ਦਾ ਜੋ ਫਾਇਦਾ ਕਾਂਗਰਸ ਸਰਕਾਰ ਨੇ ਚੁੱਕਿਆ ਹੈ ਉਹ ਸਾਰਿਆਂ ਦੇ ਸਾਹਮਣੇ ਹੈ। ਮਜੀਠੀਆ ਨੇ ਕਿਹਾ ਕਿ ਕਿਸਾਨ ਦੇ ਪੱਖ ਲਈ PAU ਕੰਮ ਕਰਦੀ ਹੈ ਅਤੇ ਜਦੋਂ ਯੂਨੀਵਰਸਿਟੀ ਤੋਂ ਬੀਜ ਨਹੀਂ ਮਿਲੇ ਤਾਂ ਬਾਹਰ ਇੱਕ ਦੁਕਾਨ ਤੋਂ
ਬੀਜ ਵੇਚੇ ਜਾਣ ਲੱਗੇ। ਹੈਰਾਨੀ ਦੀ ਗੱਲ ਹੈ ਕਿ ਜਦੋਂ PAU ਨੇ ਬੀਜ ਨੂੰ ਰਜਿਸਟਰ ਨਹੀਂ ਕੀਤਾ ਪਰੰਤੂ ਬੀਜ ਬਾਹਰ ਵੇਚਿਆ ਜਾ ਰਿਹਾ ਸੀ, ਜਿਸ ਤੇ ਕਿਸਾਨਾਂ ਨੇ ਮਾਮਲਾ ਵੀ ਦਰਜ ਕਰਾਇਆ, ਜਦਕਿ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਮਜੀਠੀਆ ਵੱਲੋਂ ਸੁਨੀਲ ਜਾਖੜ ਤੇ ਵੀ ਸਵਾਲ ਚੁੱਕੇ ਗਏ। ਉਹ ਬੇਨਤੀ ਕਰ ਰਿਹਾ ਜੀ, ਉਹ ਬੰਦੇ ਦੀ ਨੇੜਤਾ ਕਰਕੇ, ਵਜ਼ੀਰ ਦੇ ਨਾਲ ਨੇੜਤਾ ਕਰਕੇ, ਉਹ ਵਜ਼ੀਰ ਦਾ ਫਾਈਨੈਂਸਰ ਵੀ ਹੈ। ਮੈਂ ਕੁਲਫੀ ਦਾ ਮਤਲਬ ਸਮਝੋ, ਕੁਲਫੀ ਮਤਲਬ ਕੱਲੀ ਡੰਡੇ ਵਾਲੀ ਕੁਲਫੀ ਨਹੀਂ ਰਹਿ ਗਈ। ਕੁਲਫੀ ਦੇ ਨਾਲ ਜਿਹੜਾ ਉਹ ਸੇਵਾ ਪਾਣੀ ਕਰਦਾ, ਉਹ ਫਾਈਨੈਂਸਰ, ਡਰਾਈਵਰ, ਹਰ ਚੀਜ਼ ਉਹਦਾ ਮਤਲਬ ਮਲਾਈ ਖਵਾਉਣ ਵਾਲਾ। ਅਸਲ 'ਚ ਕੁਲਫੀ ਤਾਂ ਨਾਂ ਦੀ ਆ, ਮਲਾਈ ਵੀ ਖਵਾਉਂਦਾ। ਇਸ ਲਈ ਵੱਡੀ ਗੱਲ, ਉਸ ਬੰਦੇ ਨੂੰ ਸਰਪ੍ਰਸਤੀ 17 'ਚ ਫੈਕਟਰੀ, ਔਰ ਉੱਥੇ ਪਿੰਡ ਦਾ ਇਹਨਾਂ ਦਾ ਇੰਸਪੈਕਟਰ। ਔਰ ਵੱਡੀ ਗੱਲ, ਅੱਜ ਮੈਂ ਤਾਂ ਇਹ ਗੱਲ ਡਿਮਾਂਡ ਕਰਦਾ, ਕਿੱਥੇ ਤਾਂ ਸਮਾਂ ਸੀ ਜਿਵੇਂ ਚੰਦੂ ਮਾਜਰਾ ਸਾਹਿਬ ਜਾਂ ਚੀਮਾ ਸਾਹਿਬ ਬਾਰ-ਬਾਰ ਪਹਿਲਾਂ ਵੀ ਕਹਿੰਦੇ ਆਏ ਆ ਕਿ ਲੇਬਰ ਦੇ ਰੇਟ ਦੁੱਗਣੇ ਹੋ ਗਏ ਆ, ਕਿਸਾਨ ਨੂੰ ਕੋਈ ਸਬਸਿਡੀ ਪੈਕੇਜ ਦੇਣਾ ਚਾਹੀਦਾ। ਉੱਥੋਂ ਕਿਸਾਨ ਦੀ ਲੋਟੀ ਹੁਕਮਰਾਨ ਨੇ ਸ਼ੁਰੂ ਕਰਤੀ ਹੈ। ਔਰ ਉਹਨਾਂ ਬੰਦੇ ਜਿਹੜੇ ਇਹ ਗਲਤ ਵੀ ਵੇਚ ਰਿਹਾ, ਜਿਹੜਾ ਅਪਰੂਵਡ ਨਹੀਂ, ਸ਼ਰੇਆਮ 420 ਚੱਲ ਰਹੀ ਹੈ, ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ। ਦੇਖੋ, ਪਹਿਲਾਂ ਤਾਂ ਪਰਚਾ ਦਿਓ ਇਹਦੇ ਤੇ, ਲੱਖੀ ਆ ਜਿਹੜਾ ਕਰਨਾਲ ਸੀਡ ਵਾਲਾ, ਫਿਰ ਪਰਚਾ ਦਿਓ ਇਹ ਫਰਾਡ ਜਿਹੜਾ ਕਰਦਾ, ਜਿਹੜਾ ਇਹਨੂੰ ਬਚਾਉਂਦਾ, ਉਹਦੇ ਤੇ, ਵਜ਼ੀਰ ਤੇ। ਤੀਜਾ ਜਿਹੜਾ ਇੰਸਪੈਕਟਰ ਉਹਨੂੰ ਤਾਂ ਡਿਸਮਿਸ ਕਰੋ, ਹੁਣ ਮੇਰੇ ਘੰਟੇ ਬਾਅਦ ਹੀ ਡਿਸਮਿਸ ਕਰ ਦਿਓ ਇਹ ਜਿਹੜਾ ਕਿਸਾਨੀ ਦੀ ਜ਼ਿੰਦਗੀ ਨਾਲ ਖੇਡਣ ਡਿਆ। ਉਸ ਤੋਂ ਬਾਅਦ ਸਾਰੇ ਫਾਰਮਰ ਵੱਲ ਆਪ ਜਾ ਕੇ, ਜਿਨ੍ਹਾਂ ਨੇ ਕਰਨਾਲ ਸੀਡ ਦਾ ਇਹ ਬੀ ਲਿਆ, ਜਾ ਕੇ FIR ਦਰਜ ਕਰਾਉਣ, ਜਿੱਥੇ ਜਿੱਥੇ ਵੀ ਗਿਆ ਉਹਨਾਂ ਨਾਲ ਸਰਕਾਰ ਸੰਪਰਕ ਕਰੇ ਔਰ ਉਹਨਾਂ ਨੂੰ ਕੰਪਨਸੇਟ ਕਰੇ, ਫੇਰ ਹੀ ਗੱਲ ਚੱਲੂ। ਤਾਂ ਉਹ ਤਾਂ ਮਾਰਿਆ ਗਿਆ ਵਿਚਾਰੇ, ਉਹਨੇ ਤਾਂ ਬਲੈਕ 'ਚ, ਜਿਵੇਂ ਚੰਦੂ ਮਾਜਰਾ ਸਾਹਿਬ ਨੇ ਗੱਲ ਕੀਤੀ, ਜਿਹੜਾ ਬੀ 40 ਰੁਪਏ ਜਾਂ 70 ਰੁਪਏ ਵਿਕਣਾ ਚਾਹੀਦਾ, ਉਹ ਬਲੈਕ 'ਚ ਵਿਕ ਰਿਹਾ। ਇਸ FIR 'ਚ ਵੀ ਰਿਕਾਰਡਡ ਹੈ। ਅਨਅਪਰੂਵਡ ਸੀਡ ਹੀ ਵਿਕੀ ਜਾ ਰਿਹਾ। ਉਹ ਯੂਨੀਵਰਸਿਟੀ ਤੋਂ ਮਤਲਬ ਹੋਰ ਟਿਕਾਣੇ ਦੀ ਦੁਕਾਨ ਕਿਹੜੀ ਹੋ ਸਕਦੀ ਜੇ ਉੱਥੇ ਚੱਲ ਰਿਹਾ, ਤੇ ਬਾਕੀ ਦੁਕਾਨਾਂ 'ਚ ਕੀ ਚੱਲ ਰਿਹਾ ਉਹਨਾਂ ਦਾ ਰੱਬ ਹੀ ਜਾਣਦਾ। ਕੋਰੋਨਾ ਮਹਾਮਾਰੀ ਦੇ ਚਲਦਿਆਂ ਪਿਛਲੇ 2 ਮਹੀਨਿਆਂ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ ਤੇ ਰੋਕ ਲਾਈ ਗਈ ਸੀ, ਪਰ ਸਰਕਾਰ ਵੱਲੋਂ ਹੁਣ 25 ਮਈ ਤੋਂ ਉਡਾਨਾਂ ਸ਼ੁਰੂ ਹੋ ਰਹੀਆਂ ਹਨ, ਜਿਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਸਪਾਈਸ ਜੈਟ ਨੇਵੀ ਰੋਜ਼ ਜੈਪੁਰ ਤੋਂ ਆਦਮਪੁਰ ਹਵਾਈ ਅੱਡੇ ਅਤੇ ਦਿੱਲੀ ਤੋਂ ਆਦਮਪੁਰ ਆਉਣ ਲਈ ਉਡਾਨ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਤਹਿਤ ਸਪਾਈਸ ਜੈਟ ਦੀ ਉਡਾਨ ਰੋਜ਼ ਸਵੇਰੇ ਜੈਪੁਰ ਤੋਂ 7:20 ਤੇ ਚੱਲੇਗੀ ਅਤੇ ਆਦਮਪੁਰ ਹਵਾਈ ਅੱਡੇ ਤੇ 8:50 ਤੇ ਪਹੁੰਚੇਗੀ। ਇਸੇ ਤਰ੍ਹਾਂ ਸਪਾਈਸ ਜੈਟ ਦੀ ਉਡਾਨ ਆਦਮਪੁਰ ਤੋਂ ਦਿੱਲੀ ਲਈ ਸਵੇਰੇ 9:10 ਤੇ ਉੱਡੇਗੀ ਅਤੇ ਦਿੱਲੀ ਹਵਾਈ ਅੱਡੇ ਤੇ 10:25 ਤੇ ਪਹੁੰਚੇਗੀ। ਭੋਗਪੁਰ ਦੇ ਪਿੰਡ ਪਟਨੂਰਾ ਵਿਖੇ ਕਾਂਗਰਸੀ ਸਰਪੰਚ ਦੀ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ, ਜਿੱਥੇ ਸ਼ੁੱਕਰਵਾਰ ਦੇਰ ਸ਼ਾਮ ਕਾਂਗਰਸੀ ਸਰਪੰਚ ਦੀ ਸ਼ਹਿ ਤੇ ਉਸ ਦੇ ਗੁੰਡਿਆਂ ਵੱਲੋਂ ਇੱਕ ਨਿੱਜੀ ਨਿਊਜ਼ ਦੇ ਪੱਤਰਕਾਰ ਹੁਸਨ ਲਾਲ ਨੂੰ ਅਗਵਾ ਕਰਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੱਤਰਕਾਰ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉੱਥੋਂ ਭੱਜਣ ਵਿੱਚ ਸਫਲ ਹੋ ਗਿਆ, ਜਿਸ ਤੋਂ ਬਾਅਦ ਦੇਰ ਰਾਤ ਜ਼ਖਮੀ ਹਾਲਤ ਵਿੱਚ ਪੱਤਰਕਾਰ ਨੂੰ ਕਾਲਾ ਬੱਕਰਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਦੌਰਾਨ ਪੱਤਰਕਾਰ ਨੇ ਦੱਸਿਆ ਕਿ ਕਾਂਗਰਸੀ ਸਰਪੰਚ ਅਤੇ ਉਸ ਦੇ ਗੁੰਡਿਆਂ ਵੱਲੋਂ ਬੀਤੇ ਦਿਨੀ ਪਟਨੂਰਾ ਪਿੰਡ ਦੇ ਹੀ ਇੱਕ ਪਰਿਵਾਰ ਦੀਆਂ ਔਰਤਾਂ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਉਸ ਪੀੜਤ ਪਰਿਵਾਰ ਦੀ ਖਬਰ ਕਰਨ ਲਈ ਹੀ ਉਹ ਆਪਣੇ ਕੈਮਰਾਮੈਨ ਸਾਥੀ ਨਾਲ ਪਟਨੂਰਾ ਪਹੁੰਚਿਆ ਸੀ। ਉੱਥੇ ਕਾਂਗਰਸੀ ਸਰਪੰਚ ਦੇ ਗੁੰਡਿਆਂ ਵੱਲੋਂ ਉਸ ਨਾਲ ਗਾਲੀ ਗਲੋਚ ਕਰਕੇ ਜਾਤੀ ਸੂਚਕ ਸ਼ਬਦ ਬੋਲੇ ਗਏ ਅਤੇ ਉਸ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਕੋਈ ਕਾਰਵਾਈ ਕੀਤੀ ਜਾਵੇਗੀ। ਜਦੋਂ ਮੈਨੂੰ ਕੁੱਟ ਰਹੇ ਸੀ ਤੇ ਕਹਿੰਦੇ ਸੀ ਇਹਨੂੰ ਮਾਰ ਦਿਓ, ਸਰਕਾਰ ਸਾਡੀ ਆਪਣੀ ਆ, ਸਾਡਾ ਕੁਝ ਨਹੀਂ ਹੋਣਾ, ਤੇ ਮੈਨੂੰ ਜਾਤੀਵਾਦੀ ਸ਼ਬਦ ਮੇਰੇ ਧਰਮ ਦੇ ਖਿਲਾਫ ਵੀ ਇਹਨਾਂ ਨੇ ਬੋਲੇ ਆ, ਤੇ ਮੈਨੂੰ ਕਹਿੰਦੇ ਸੀ ਇਹਨੂੰ ਮਾਰ ਦਿਓ, ਸਰਕਾਰ ਸਾਡੀ ਆ, ਤੇ ਇਹਨਾਂ ਨੂੰ ਜਿੱਦਾਂ ਜੋ ਮਰਜ਼ੀ ਜਿੱਥੇ ਮਰਜ਼ੀ ਭੱਜ ਜਾਣ, ਵੀ ਮਹਿਕਮਾ ਸਾਡਾ, ਅਸੀਂ ਕਿਸੇ ਵੀ ਅਧਿਕਾਰੀ ਨੂੰ ਫੋਨ ਕਰਕੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਰਨੀ। ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਜਿਹੜਾ ਹੈਗਾ ਮੈਨੂੰ ਇਨਸਾਫ ਦਿੱਤਾ ਜਾਵੇ, ਔਰ ਜੋ ਸਾਡੇ ਨਾਲ ਅੱਜ ਹੋਈ ਹੈ, ਜੇ ਅਸੀਂ ਪੱਤਰਕਾਰ ਜਿਹੜੀ ਹੈਗੀ ਲੋਕਾਂ ਦੀ ਆਵਾਜ਼ ਉਠਾਉਂਦੇ ਹਾਂ, ਜੇ ਉਹ ਹੀ ਨਹੀਂ ਇੱਥੇ ਠੀਕ ਰਹਿਣਗੇ ਤਾਂ ਫਿਰ ਬਾਕੀ ਜਨਤਾ ਦਾ ਕੀ ਹਾਲ ਹੋਊਗਾ। ਇਸ ਬਾਰੇ ਕਿਹੜੇ ਬੰਦੇ ਕਿਹੜੇ ਸੀਗੇ, ਕੁਝ ਮੋਟੇ ਤੌਰ ਤੇ, ਕੁਝ ਜਿੱਦਾਂ ਸਰਪੰਚ ਹੋ ਗਿਆ, ਹੋਰ ਹਲਕੇ ਦੇ ਕਿਹੜੇ ਬੰਦੇ ਤੁਹਾਨੂੰ ਲੱਗਦਾ ਇਹਦੇ ਪਿੱਛੇ ਹੈਗੇ? ਸਰਪੰਚ ਸਰ ਸੀਗਾ, ਤੇ ਸਰਪੰਚ ਦੇ ਨਾਲ ਜਿਹੜੇ ਮੇਨ ਉਹਦੇ ਨਾਲ ਹੁੰਦੇ ਆ ਸਾਰੇ, ਉਹ ਸਾਰਿਆਂ ਨੇ ਮੈਨੂੰ ਜਿਹੜਾ ਕੁੱਟਿਆ, ਔਰ ਉਹਨਾਂ ਨੇ ਫੋਨ ਕਰਕੇ ਹੋਰ ਲੋਕ ਬੁਲਾਇਆ ਉਹਨਾਂ ਨੇ। ਤੇ ਮੈਨੂੰ ਮੈਂ ਚਾਹੁੰਦਾ ਕਿ ਮੇਰੇ ਨਾਲ ਇੱਕ ਤਸ਼ੱਦਦ ਢਾਈ ਗਈ, ਇਹਦਾ ਇਨਸਾਫ ਜਿਹੜਾ ਹੈਗਾ ਕੀਤਾ ਜਾਵੇ। ਹੁਸਨ ਲਾਲ ਜੀ ਸਾਡੇ ਪੱਤਰਕਾਰ ਨੇ ਭੋਗਪੁਰ ਤੋਂ। ਕੱਲ੍ਹ ਪਿੰਡ ਪਟਨੂਰਾ ਲਬਾਣਾ ਵਿੱਚ ਇਹਨਾਂ ਨਾਲ ਕੁਝ ਵਿਅਕਤੀਆਂ ਵੱਲੋਂ ਜਿਹੜੀ ਲੜਾਈ ਝਗੜਾ ਕੀਤਾ ਗਿਆ ਸੀ,
ਉਹਦੇ ਸਬੰਧ ਵਿੱਚ ਸਿਵਲ ਹਸਪਤਾਲ ਕਾਲਾ ਬੱਕਰਾ ਦਾਖਲ ਨੇ। ਜਿੱਥੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਹਦੇ ਤਹਿਤ ਅਸੀਂ ਉਹਨਾਂ ਦੇ ਬਿਆਨ ਲੈ ਲਏ ਆ। ਜੋ ਵੀ ਉਹਨਾਂ ਦੇ ਬਿਆਨਾਂ ਮੁਤਾਬਕ ਕਾਰਵਾਈ ਬਣਦੀ ਉਹ ਕਰ ਰਹੇ ਹਾਂ। ਸਰ ਕਾਂਗਰਸੀ ਕੋਈ ਨੁਮਾਇੰਦੇ ਵੀ ਵਿੱਚ ਸ਼ਾਮਲ ਆ, ਕੋਈ ਇੱਦਾਂ ਦੀ ਤਫਤੀਸ਼ ਸਾਹਮਣੇ ਆਇਆ ਕੁਛ? ਅਜੇ ਫਿਲਹਾਲ ਕੋਈ ਨਹੀਂ। ਜਿਹੜੇ ਇਹਨਾਂ ਨਾਂ ਲਿਖਾਏ ਆ ਸਾਰੇ ਨਾਂ ਲਿਖੇ ਆ, ਉਹਨਾਂ 'ਚ ਕੋਈ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਉਹ ਤੇ ਬਾਅਦ 'ਚ ਪਤਾ ਲੱਗੂਗਾ। ਸਰ ਹਾਲੇ ਤੱਕ ਦੀ ਜਾਂਚ ਵਿੱਚ ਜਿੰਨਾ ਵੀ ਆਇਆ ਵੀ ਕੋਈ ਇਹ ਫੈਕਟ ਹੈਗਾ, ਸੱਚ ਸੀਗਾ ਜੋ ਵੀ ਇਹਨਾਂ ਹੋਇਆ? ਜੋ ਉਹਨਾਂ ਲਿਖਾਇਆ ਆਪਣੇ ਤੌਰ ਤੇ ਸੱਚ ਹੀ ਲਿਖਾਇਆ। ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸਰਕਾਰ ਨੂੰ ਸੂਬੇ ਦੇ ਮਜ਼ਦੂਰਾਂ ਦੀ ਭਲਾਈ ਲਈ ਇੱਕ ਠੋਸ ਰਣਨੀਤੀ ਤਿਆਰ ਕਰਨ ਲਈ ਆਖਿਆ, ਜਿਸ ਤਹਿਤ ਮਨਰੇਗਾ ਮੇਨ ਡੇਜ਼ ਵਿੱਚ ਸੂਬੇ ਅਤੇ ਕਿਸਾਨਾਂ ਦਾ ਹਿੱਸਾ ਜੋੜ ਕੇ ਇੱਕ ਅਜਿਹਾ ਪ੍ਰਸਤਾਵ ਤਿਆਰ ਕੀਤਾ ਜਾਵੇ ਕਿ ਮਜ਼ਦੂਰਾਂ ਨੂੰ ਝੋਨੇ ਦੀ ਬਿਜਾਈ ਦੇ ਕੰਮਾਂ ਵਿੱਚ ਲਾਇਆ ਜਾ ਸਕੇ। ਉਹਨਾਂ ਸਰਕਾਰ ਕੋਲੋਂ ਇਹ ਵੀ ਮੰਗ ਕੀਤੀ ਕਿ ਉਹ ਇਸ ਗੱਲ ਦਾ ਖੁਲਾਸਾ ਕਰੇ ਕਿ ਕੋਵਿਡ-19 ਦੀ ਰੋਕਥਾਮ ਲਈ ਕੇਂਦਰ ਕੋਲੋਂ ਕਿੰਨੇ ਪੈਸੇ ਹਾਸਲ ਕੀਤੇ ਅਤੇ ਹੁਣ ਤੱਕ ਇਸ ਕੰਮ ਵਾਸਤੇ ਕਿੰਨੇ ਖਰਚ ਕੀਤੇ। ਪੰਜਾਬ ਦੇ ਠੇਕੇਦਾਰ ਤੇ ਮਾਈਨਿੰਗ ਠੇਕੇਦਾਰਾਂ ਨੂੰ ਤਾਂ ਘਾਟੇ ਦੀ ਭਰਪਾਈ ਲਈ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਦੇ ਰਹੀ ਆ, ਤੇ ਕਿਸਾਨਾਂ ਨੂੰ ਉਹਨਾਂ ਦੇ ਘਾਟੇ ਦਾ ਮੁਆਵਜ਼ਾ ਵੀ ਦੇਵੇ। ਕਿਸਾਨਾਂ ਨੂੰ ਘਾਟੇ ਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ? ਕਮ ਸੇ ਕਮ 2 ਲੱਖ ਮੀਟ੍ਰਿਕ ਟਨ ਤੋਂ ਵੀ ਵੱਧ ਅਨਾਜ ਦਾ ਘਾਟਾ ਪਟਿਆਲਾ, ਰੋਪੜ, ਮੋਹਾਲੀ, ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ 'ਚ ਪੈ ਗਿਆ। ਕਮ ਸੇ ਕਮ ਜੇ ਬਹੁਤਾ ਨਹੀਂ, ਜੇ ਆਪਾਂ ਮੋਟੇ ਤੌਰ ਤੇ ਹਿਸਾਬ ਲਾਈਏ ਤਾਂ 300 ਕਰੋੜ 350 ਕਰੋੜ ਰੁਪਏ ਦਾ ਇਹ ਘਾਟਾ ਜਿਹੜਾ ਡਿਊ ਟੂ ਗੈਰ ਮੌਸਮੀ ਬਾਰਿਸ਼ ਕਰਕੇ ਕਹਿ ਲਓ, ਇੱਕ ਦਾ ਮਾਜੂ ਦਾਣਾ ਹੋਇਆ, ਇੱਕ ਝਾੜ ਘਟਿਆ, ਤੇ ਅਸੀਂ ਕਹਿੰਦੇ ਵੀ ਡਿਜ਼ਾਸਟਰ ਮੈਨੇਜਮੈਂਟ ਫੰਡ ਦੇ ਵਿੱਚੋਂ ਫਿਰ ਕਿਸਾਨਾਂ ਨੂੰ ਵੀ ਦੇ ਦਿਓ। ਜਿਹੜਾ ਸਭ ਤੋਂ ਢੁਕਵਾਂ ਕੇਸ ਬਣਦਾ, ਕੇਂਦਰ ਦੇ ਪੈਸੇ ਨੂੰ ਕਿਸੇ ਸੂਬੇ ਦੇ ਲੋਕਾਂ ਲਈ ਵਰਤਣ ਦਾ ਜੇ ਸਭ ਤੋਂ ਢੁਕਵਾਂ ਕੇਸ ਆ ਤਾਂ ਡਿਜ਼ਾਸਟਰ ਮੈਨੇਜਮੈਂਟ ਫੰਡ ਦੇ ਵਿੱਚੋਂ ਕਣਕ ਦੇ ਝਾੜ ਦਾ ਘਾਟਾ ਪੂਰਾ ਕਰਨ ਲਈ ਤੇ ਮਾਜੂ ਦਾਣਾ ਆਉਣ ਕਰਕੇ ਉਹਨੂੰ ਕੰਪਨਸੇਟ ਕਰਨ ਲਈ ਬਣਦਾ, ਜਿਹੜਾ ਤਕਰੀਬਨ 300 350 ਕਰੋੜ ਰੁਪਈਆ ਤੇ ਇਹ ਸ਼ਰਾਬ ਦੇ ਠੇਕੇਦਾਰਾਂ ਨੂੰ ਦੇਈ ਜਾ ਰਹੇ ਨੇ। ਔਰ ਸ਼ਰਾਬ ਦੇ ਠੇਕੇਦਾਰ ਜਿਹੜੇ ਰਿਕਾਰਡ ਤੇ ਆਈ ਹੈ ਇਹ ਗੱਲ ਵੀ ਜਿੰਨੀਆਂ ਵੀ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ, ਉਹਨਾਂ ਵਿੱਚ ਹਰ ਫੈਕਟਰੀ ਦੇ ਵਿੱਚ ਕਿਤੇ ਨਾ ਕਿਤੇ ਸ਼ਰਾਬ ਦੇ ਠੇਕੇਦਾਰ ਦਾ ਹੱਥ ਸੀ। ਵੀ ਇਹ ਵੀ ਨਾਲ ਇੱਕ ਸਬੂਤ ਦੀ ਗੱਲ ਆ ਵੀ ਅੱਜ ਹਿੰਦੁਸਤਾਨ 'ਚ ਲਾਕਡਾਊਨ ਤੋਂ ਬਾਅਦ ਜਦੋਂ ਰਿਲੈਕਸੇਸ਼ਨ ਮਿਲੀ ਆ, ਜਿੱਥੇ ਵੀ ਸ਼ਰਾਬ ਦੇ ਠੇਕੇ ਖੁੱਲੇ ਨੇ ਉੱਥੇ ਲਾਈਨਾਂ ਲੱਗੀਆਂ ਨੇ। ਕੱਲਾ ਪੰਜਾਬ ਆ ਜਿੱਥੇ ਲਾਈਨ ਨਹੀਂ ਲੱਗੀ। ਇਟ ਮੀਨਸ ਜਾਂ ਤਾਂ ਬਲੈਕ 'ਚ ਪਹਿਲਾਂ ਵਿਕਦੀ ਰਹੀ ਜਾਂ ਹੁਣ ਵੀ ਬਲੈਕ 'ਚ ਵਿਕ ਰਹੀ ਆ। ਰਿਕਾਰਡ ਦੀ ਗੱਲ ਆ ਇਹ। ਮਤਲਬ ਇਨ ਸਪਾਈਟ ਆਫ ਦੈਟ ਠੇਕੇਦਾਰਾਂ ਦਾ ਘਾਟਾ ਤਾਂ ਪੂਰਾ ਕਰ ਰਹੀ ਹੈ ਸਰਕਾਰ, ਪਰ ਕਿਸਾਨਾਂ ਦਾ ਘਾਟਾ ਪੂਰਾ ਕਰਨ ਨੂੰ ਤਿਆਰ ਨਹੀਂ ਹੈ। ਸਾਡੀ ਇਹ ਮੰਗ ਆ ਵੀ ਕਿਸਾਨਾਂ ਦਾ ਘਾਟਾ ਵੀ ਪੂਰਾ ਕਰੇ। ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਇਹਨਾਂ ਕੋਲ ਪੈਸਾ ਆਇਆ ਪਿਆ 6000 ਕਰੋੜ ਰੁਪਈਆ ਪਿਆ, 247 ਕਰੋੜ ਤਾਂ ਹੁਣੇ ਦਿੱਤਾ, ਵੀ ਉਹਦੇ 'ਚੋਂ ਇਹ ਪੂਰਾ ਕਰੇ। ਨਵਾਂਸ਼ਹਿਰ ਪੁਲਿਸ ਵੱਲੋਂ ਸਨਪ੍ਰੀਤ ਸਿੰਘ ਮਾਂਗਟ ਦੇ ਹੋਏ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਪੁਲਿਸ ਨੇ ਇਸ ਨੂੰ ਸ਼ਰਾਬ ਅਤੇ ਭੰਗ ਦੇ ਨਸ਼ੇ 'ਚ ਲੁਟੇਰਿਆਂ ਵੱਲੋਂ ਕੀਤੀ ਗਈ ਹੱਤਿਆ ਦੱਸਿਆ ਹੈ। ਜ਼ਿਲ੍ਹਾ ਪੁਲਿਸ ਵੱਲੋਂ ਇਸ ਅੰਨੇ ਕਤਲ ਦੇ ਮਾਮਲੇ 'ਚ 6 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਵੀ ਕੀਤਾ ਗਿਆ ਹੈ। ਦੱਸ ਦਈਏ ਕਿ 10-11 ਮਈ ਦੀ ਦਰਮਿਆਨੀ ਰਾਤ ਨੂੰ ਖੇਤਾਂ ਤੋਂ ਘਰ ਆਉਂਦੇ ਸਮੇਂ ਸਨਪ੍ਰੀਤ ਸਿੰਘ ਮਾਂਗਟ ਦੀ 10 ਵਜੇ ਤੇਜ਼ਧਾਰ ਹਥਿਆਰਾਂ ਨਾਲ ਮੌਕੇ ਤੇ ਹੱਤਿਆ ਕਰ ਦਿੱਤੀ ਗਈ ਸੀ। ਵੱਖ-ਵੱਖ ਵਰਗਾਂ ਵੱਲੋਂ ਵਿਰੋਧ ਹੋਣ ਕਾਰਨ ਅਤੇ ਪੋਸਟਮਾਰਟਮ ਦੀ ਰਿਪੋਰਟ 'ਚ ਤੇਜ਼ਧਾਰ ਹਥਿਆਰਾਂ ਦਾ ਜ਼ਿਕਰ ਆਉਣ ਕਰਕੇ ਮਿਤੀ 17 ਮਈ ਨੂੰ ਥਾਣਾ ਰਾਹੋਂ ਵਿਖੇ ਸੜਕ ਹਾਦਸੇ ਦੀਆਂ ਧਾਰਾਵਾਂ ਹਟਾ ਕੇ ਕਤਲ ਦੀ ਧਾਰਾ ਅਧੀਨ ਕਾਰਵਾਈ ਕਰਦਿਆਂ ਪੁਲਿਸ ਨੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। 10 मई को सनप्रीत सिंह मांगट की खून से लथपथ जो बॉडी है वो राहों रोड के ऊपर मिली थी और उसमें जो इमीडिएटली मौका विजिट किया था SHO DSP सब डिवीज़न ने, उन्होंने उनको प्राइमा फेसी ये केस जो है एक एक्सीडेंट का केस लगा था और उसके बाद इनके परिवार के स्टेटमेंट के ऊपर जो है ये मुकदमा 279-304A में रजिस्टर हुआ। लेकिन बाद में नेचर ऑफ इंजरीज देख करके और इनका जो वीडियो वगैरह हमने भी देखी तो उससे हमें थोड़ा सा सस्पिशियस ये केस लग रहा था, इसीलिए केस को हमने थाने से हटा करके CIA में इसको शिफ्ट कर दिया, इसकी इन्वेस्टिगेशन को, और इसका जो सुपरविज़न था वो SPD और DSPD को दे दिया। मैं खुद भी इस केस को पर्सनली सुपरवाइज़ करती रही हूँ। ड्यूरिंग इन्वेस्टिगेशन जो है हमें इसकी पोस्टमार्टम रिपोर्ट भी आई जिसमें ये क्लियर हो गया कि ये एक क्लियर जो है मर्डर केस था
और इन्वेस्टिगेशन को आगे बढ़ाते हुए हमने इसमें जितने भी अक्यूज़ थे उनको अरेस्ट कर लिया है। ये एक गैंग का काम है, बेसिकली ये 6 लोगों का एक गैंग है जो कि लूट खो की वारदातें किया करते थे। इन्होंने जो है लूट खो की वारदात करने के लिए ही इस क्राइम को भी अंजाम दिया। जिस रात ये वारदात हुई है उस रात ये लोग 6 लोग जो हैं 2 बाइक के ऊपर के होकर के और ये राहों रोड के ऊपर जो है वारदात करने के लिए निकले थे। इनका टारगेट जो है कोई भी अकेला आदमी जो बाइक पे जा रहा होता है, ऐसे लोगों को ये लोग टारगेट करते थे। तो सनप्रीत सिंह मांगट जो हैं उस टाइम अपने खेत से काम करके आ रहे थे। जो दोषी हैं इन्होंने नशा किया हुआ था, दिन में इन्होंने भांग पी हुई थी और वारदात से पहले भी इन्होंने शराब पी हुई थी, नशे में थे। और इन्होंने जब मांगट आए उनको रोका और उनसे हैंडओवर करने के लिए कहा तो उन्होंने उनको हैंडओवर ना करके अपना सामान बल्कि उनको गाली गलौज किया, उनको अपशब्द कहे, जिससे गुस्से में होकर के इन मोमेंट ऑफ हीट जो है उन्होंने इसको जो है स्टैब करके मर्डर कर दिया और मौके से फ़रार हो गए। इन्वेस्टिगेशन के दौरान जो हैं ये 6 दोषी हमारे जिनको हमने पकड़ा है उनकी डिटेल्स इस तरह से हैं। जगदीप सिंह उर्फ बब्बू बाजवा, बख्शीश सिंह उर्फ बब्बी, हर्ष, जतीन, ये चारों जो हैं ये राहों के रहने वाले हैं। इनके अलावा 2 इनके साथी हैं, हरजिंदर सिंह और कमलजीत, ये दोनों जो हैं गढ़पधाना के हैं। ये 6 दोषी जो हैं इनका एज ग्रुप 18 साल से लेकर के 22 साल तक का है। ये 6 के 6 अरेस्ट हो चुके हैं और आज हम इनको कोर्ट में पेश करेंगे। उसके बाद इनका पुलिस रिमांड लेकर के आगे इनसे पूछगिछ करेंगे, जिससे हो सकता है कि और भी इनसे कुछ वारदातें निकलने की संभावना है। टिकटॉक स्टार वजੋਂ ਮਸ਼ਹੂਰ ਹੋਏ ਜਲੰਧਰ ਦੇ ਇੱਕ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਖਾ ਕੇ ਮੌਤ ਨੂੰ ਗਲੇ ਲਗਾ ਲਿਆ। ਨੌਜਵਾਨ ਦੀ ਪਹਿਚਾਣ ਜਲੰਧਰ ਦੇ ਪਿੰਡ ਰੰਧਾਵਾ ਮਸੰਦਾ ਦੇ ਰਹਿਣ ਵਾਲੇ ਖੁਸ਼ ਰੰਧਾਵਾ ਵਜੋਂ ਹੋਈ ਹੈ। ਖੁਸ਼ ਰੰਧਾਵਾ ਦੀ ਮੌਤ ਤੋਂ ਬਾਅਦ ਉਸਦੇ ਚਾਹਣ ਵਾਲੇ ਵੀਡੀਓ ਪਾ ਕੇ ਅਲੱਗ-ਅਲੱਗ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਰਹੇ ਹਨ। ਦੂਜੇ ਪਾਸੇ ਖੁਸ਼ ਦੇ ਚਾਚਾ ਰਵਿੰਦਰ ਦਾ ਕਹਿਣਾ ਹੈ ਕਿ ਖੁਸ਼ ਮਿਜ਼ਾਜ ਵਿਅਕਤੀ ਸੀ। ਉਸ ਦਾ ਇਸ ਤਰ੍ਹਾਂ ਖੁਦਕੁਸ਼ੀ ਕਰਨਾ ਉਹਨਾਂ ਦੀ ਸਮਝ ਤੋਂ ਵੀ ਬਾਹਰ ਹੈ। ਖੁਸ਼ ਦੀ ਮਾਂ ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਫੁੱਟਬਾਲ ਖੇਡਣ ਦਾ ਸ਼ੌਕੀਨ ਸੀ। ਜਾਂਚ ਅਧਿਕਾਰੀ ਰਘੁਵੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਇਹਦਾ ਮਿਤੀ 19/5/2020 ਦੀ ਗੱਲ ਹੈ। ਮੈਨੂੰ ਆਪਣੇ ਇਤਲਾਹ ਮਿਲੀ ਸੀ ਕਿ ਖੁਸ਼ਵਿੰਦਰ ਸਿੰਘ ਜਿਹੜਾ ਪਿੰਡ ਰੰਧਾਵਾ ਮਸੰਦਾ ਰਹਿਣ ਵਾਲਾ, ਉਹਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ ਅਤੇ ਉਹ ਸੈਕਰਡ ਹਾਰਟ ਹਸਪਤਾਲ ਮਕਸੂਦਾਂ ਦਾਖਲ ਹੈ, ਜਿੱਥੇ ਮੈਂ ਆਪਣੇ ਮੁਲਾਜ਼ਮਾਂ ਦੇ ਨਾਲ ਪੁੱਜਾ, ਜਿੱਥੇ ਉਹਦੀ ਮੌਤ ਹੋ ਚੁੱਕੀ ਸੀਗੀ ਦੌਰਾਨ ਇਲਾਜ। ਉਹ ਹਸਪਤਾਲ ਦੇ ਵਿੱਚ ਉਹਨਾਂ ਦੀ ਮੰਮੀ ਜਸਵਿੰਦਰ ਕੌਰ, ਉਹਨਾਂ ਦੇ ਰਿਸ਼ਤੇਦਾਰ, ਪਰਿਵਾਰਕ ਮੈਂਬਰ ਮਿਲੇ ਅਤੇ ਉਹਨਾਂ ਦੀ ਮੰਮੀ ਨੇ ਮੇਰੇ ਪਾਸ ਬਿਆਨ ਲਿਖਾਇਆ ਵੀ ਸਾਡਾ ਬੱਚਾ ਖੁਸ਼ਵਿੰਦਰ ਸਿੰਘ ਜਿਹੜਾ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿੰਦਾ ਸੀਗਾ, ਜਿਹਨੇ ਕੋਈ ਦਵਾਈ ਦਾਰੂ ਦੇ ਭੁਲੇਖੇ ਕੋਈ ਜ਼ਹਿਰੀਲੀ ਚੀਜ਼ ਖਾਧੀ ਗਈ ਹੈ ਅਤੇ ਅਸੀਂ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਵੀ ਇਹ ਮੌਤ ਜਿਹੜੀ ਹੈ ਅਚਾਨਕ ਸਬਬ ਹੋਈ ਹੈ। ਅਤੇ ਸਰ ਤੁਸੀਂ ਸਾਨੂੰ ਕਿਸੇ ਦੇ ਕੋਈ ਸ਼ੱਕ ਨਹੀਂ ਹੈ। ਅਸੀਂ ਉਹਦੀ 176 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਾਇਆ। ਸਿਵਲ ਹਸਪਤਾਲ ਜਲੰਧਰ ਕਰਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੋਸਟਮਾਰਟਮ ਰਿਪੋਰਟ ਦਾ ਵਿਸ਼ਾ ਕੱਢਿਆ ਗਿਆ, ਉਹ ਵਿਸ਼ਾ ਅੱਗੇ ਲੈਬ ਜਾਏਗਾ, ਉਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਅਤੇ ਸਰ ਇਹਦੇ ਵਿੱਚ ਕਿਸੇ ਲੜਕੀ ਦਾ ਨਾਮ ਵੀ ਆਇਆ? ਸਾਡੇ ਕੋਲ ਕਿਸੇ ਦਾ ਕੋਈ ਨਾਂ ਨਹੀਂ ਆਇਆ। ਉਹਨਾਂ ਦੇ ਨਾਂ ਸਾਡੇ ਕੋਲ ਕੋਈ ਮਾਮਲਾ ਨਹੀਂ ਇਹੋ ਜਿਹਾ ਕੋਈ ਸਾਡੇ ਨੋਟਿਸ 'ਚ ਆਇਆ। ਲੜਕੀ ਦੀ ਮਾਂ ਦੇ ਬਿਆਨਾਂ ਦੀ ਕਾਰਵਾਈ ਕੀਤੀ ਹੈ, ਜੋ ਉਹਨਾਂ ਨੇ ਲਿਖਾਇਆ ਉਸ ਹਿਸਾਬ ਨਾਲ ਹੀ ਕਾਰਵਾਈ ਕਰਤੀ ਹੈ। 25 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਹਵਾਈ ਸੇਵਾਵਾਂ ਨੂੰ ਲੈ ਕੇ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਯਾਤਰੀਆਂ ਨੂੰ ਕੁਆਰੰਟੀਨ ਕੀਤਾ ਜਾਵੇਗਾ ਜਾਂ ਨਹੀਂ। ਇਸ ਦੌਰਾਨ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਨੀਚਰਵਾਰ ਨੂੰ ਕਿਹਾ ਹੈ ਕਿ ਜਿਨ੍ਹਾਂ ਯਾਤਰੀਆਂ ਨੂੰ ਕੋਵਿਡ-19 ਦੇ ਲੱਛਣ ਨਹੀਂ ਹਨ ਅਤੇ ਆਰੋਗਿਆ ਸੇਤੂ ਐਪ ਤੇ ਗ੍ਰੀਨ ਸਟੇਟਸ ਹੈ, ਉਹਨਾਂ ਨੂੰ ਕੁਆਰੰਟੀਨ ਵਿੱਚ ਭੇਜੇ ਜਾਣ ਦੀ ਲੋੜ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ 25 ਮਈ ਤੋਂ ਸ਼ੁਰੂ ਹੋਣ ਵਾਲੀਆਂ ਘਰੇਲੂ ਉਡਾਨ ਸੇਵਾਵਾਂ ਅਤੇ ਭਾਰਤ ਵਿੱਚ 31 ਮਈ ਤੱਕ ਲਾਕਡਾਊਨ ਲਾਗੂ ਹੋਣ ਵਿਚਕਾਰ ਕੋਈ ਵਿਵਾਦ ਨਹੀਂ ਹੈ। ਹਰਦੀਪ ਸਿੰਘ ਪੁਰੀ ਨੇ ਫੇਸਬੁੱਕ ਤੇ ਲਾਈਵ ਸੈਸ਼ਨ ਵਿੱਚ ਕਿਹਾ ਕਿ ਅਸੀਂ ਸਾਫ਼ ਕਰ ਚੁੱਕੇ ਹਾਂ ਕਿ ਜੇਕਰ ਕਿਸੇ ਕੋਲ ਆਰੋਗਿਆ ਸੇਤੂ ਐਪ ਹੈ ਅਤੇ ਇਸ ਦਾ ਸਟੇਟਸ ਗ੍ਰੀਨ ਹੈ ਤਾਂ ਇਹ ਪਾਸਪੋਰਟ ਦੀ ਤਰ੍ਹਾਂ ਹੈ। ਕੋਈ ਵਿਅਕਤੀ ਕਿਉਂ ਕੁਆਰੰਟੀਨ ਚਾਹੇਗਾ। ਪੁਰੀ ਨੇ ਕਿਹਾ ਕਿ ਰੱਖਿਆ ਮੰਤਰਾਲੇ ਵੱਲੋਂ ਜਾਰੀ गाइडलाइंस जारी की गई है कि आपके पास आरोग्य सेतु ऐप है और आपने अपने आप को टेस्ट करवाया है और आपके पास सिम्टम्स नहीं है और आप टेस्ट में आप नेगेटिव पाए गए हैं, तो मैं समझता हूँ क्वारंटीन की ज़रूरत ही नहीं होनी चाहिए। वाई क्वारंटीन? मैं ना हमारे जो हमने SOPs इशू किए थे, प्रोटोकॉल, उसमें बिल्कुल स्पष्ट तरीके से कहा हुआ है, आई कैन रीड इट आउट टू यू अगेन। The ministry has issued detailed guidelines on domestic air operations. As per the SOPs, on arrival at their destination, the travelling passengers will have to adhere to such health protocols as are prescribed by the destination state UT. पर मैंने ये भी कहा है
कि हम ये भी क्लैरिफाई कर रहे हैं भाई अगर किसी के पास आरोग्य सेतु ऐप है and you are, it's like a passport, you're green, why should anybody want any quarantine? Arogya Setu app is something I would recommend to everyone. By everyone I mean anyone who is living through this time, please get Arogya Setu. If there was something equivalent or comparable, I would have said or something comparable, but there is nothing comparable. I have agonized on this and I'm telling you it's an excellent contact tracing device. Everybody should get it. ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਕੱਲ੍ਹ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ TV।